जो बोले सो निहाल। सत श्री अकाल। वाहिगुरु साहिब जी। हर के सेवक जो हर भाए, तिनकी कथा निरारी रे। आवह न जाहे न कबहू मरते, पार ब्रह्म संगारी रे। दसां पातशाहियां दी आत्मक जागदी जोत, ज्ञान स्वरूप शब्दावतार, प्रगट गुरां की देह प्रतख सतगुरु श्री गुरु ग्रंथ साहिब जी महाराज जी दी पावन हजूरी विखे धन धन सचखंड वासी ब्रह्म ज्ञानी तत बेते महापुरुख संत बाबा तारा सिंह जी अते धन धन महापुरुख संत बाबा चरण सिंह जी, जिन्हां तो कार सेवा संप्रदाय सरहाली आरंभ हुई, ऐसे तत बेते महापुरखां दी प्यारी याद दे विच पिछले 3 दिनां तो लगातार दिन रात लखां दी गिनती विच आप हाजरियां भर रहे हो। दास तो पहला आप जी ने विद्वाना पासों रागी जथिया पासों गुरु का जस श्रवण किया है। मौजूदा मुखी महापुरुष संत बाबा सुखदेव सिंह जी, संत बाबा हाकम सिंह जी, इन्हां दे प्यार दा सदका स्टेज दे उपर सिंह साहेब ज्ञानी जसवीर सिंह जी, साबका जथेदार श्री अकाल तखत साहेब विराजमान हैं। हुणे हुणे संत बाबा अमीर सिंह जी मुखी जवदी टकसाल वो हाजरी भर रहे हैं। दास दे नाल ही सिंह साहब ज्ञानी मलकीत सिंह जी हैड ग्रंथी श्री अकाल तखत साहेब वो भी सुभायमान हैं। उत्थे श्रोमणी गुरुद्वारा प्रबंधक कमेटी दे जनरल सकत्तर, जिन्हां दा ये इलाका है सारा, सो सरदार गुरबचन सिंह जी करमूवाल, वो भी हाजरियां पा रहे हैं। ते स्टेज की सेवा पंथ दे प्रसिद्ध विद्वान ज्ञानी भगवान सिंह जी जौहल बड़े सुंदर शब्दां दे नाल, भावपूर्वक शब्दां दे नाल निभा रहे हैं। आओ फतेह बुला के चंद मिनट महापुरखां दे प्यार दे विच आपां हाजरी भरनी है। वाहिगुरु जी का खालसा, वाहिगुरु जी की फतेह। आप जी ने वख वख विद्वानां दे पासों महापुरखां दे जीवन बारे भावपूरत शब्द सरवण कीते। सतगुरु जी का फरमान है, ब्रह्म ज्ञानी सद जीवै नहीं मरता। वो ब्रह्म ज्ञानी सदा ही जिउंदे हैं, कदी वो मरदे नहीं। परोपकार वास्ते वो संसार ते आउंदे हैं। जां आए तां तिन्ह पठाए, चाले तिन्ह बुलाए लिया। जिस तरह आकाश विच बदल संसार अंदर ठंड वरताउण वास्ते, हरियावलता पैदा करने वास्ते प्रगट होंदे हैं। मीहों पया परमेश्वर पाया, जी जंत सब सुखी बसाया। ते फिर ठंड वरता के सब नूं हरिया भरिया करके शीतलता दे करके
ਆਕਾਸ਼ ਦੇ ਵਿੱਚ ਹੀ ਲੀਨ ਹੋ ਜਾਂਦੇ ਹਨ। ਇਸੇ ਤਰ੍ਹਾਂ ਹੀ ਸਤਿਗੁਰੂ ਜੀ ਨੇ ਗੁਰਬਾਣੀ ਅੰਦਰ ਫਰਮਾਇਆ ਹੈ, ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਜਿਹੜੇ ਮਹਾਂਪੁਰਖ ਵਾਹਿਗੁਰੂ ਦੇ ਭੇਜੇ ਹੋਏ ਕੇਵਲ ਪਰਉਪਕਾਰ ਵਾਸਤੇ ਹੀ ਸੰਸਾਰ ਤੇ ਆਉਂਦੇ ਹਨ, ਉਹ ਜਨਮ ਤੇ ਮਰਨ ਦੇ ਬੰਧਨਾਂ ਤੋਂ ਰਹਿਤ ਹੁੰਦੇ ਹਨ। ਤੇ ਫਿਰ ਉਹ ਕਰਦੇ ਕੀ ਹਨ? ਆ ਕੇ ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਸੰਸਾਰ ਦੇ ਲੋਕਾਂ ਨੂੰ ਜੀਵਨ ਦਾਨ ਦਿੰਦੇ ਹਨ। ਜੀਵਨ ਦਾਨ ਕੀ ਹੈ? ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਈ। ਉਹ ਸੇਵਾ ਸਿਮਰਨ ਦੇ ਨਾਲ, ਨਾਮ ਦੇ ਨਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੋੜਦੇ ਹੋਏ ਉਹ ਵਾਹਿਗੁਰੂ ਦੇ ਨਾਲ ਮਿਲਾ ਦਿੰਦੇ ਹਨ। ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ। ਉਹਨਾਂ ਬਾਰੇ ਸਤਿਗੁਰੂ ਜੀ ਦਾ ਫਰਮਾਨ ਹੈ, ਵਿਦਵਾਨ ਇਹ ਗੱਲ ਸਮਝਦੇ ਹਨ ਕਿ ਸੰਤ ਪਰਮੇਸ਼ਰ ਦਾ ਨਿੱਤ ਅਵਤਾਰ ਮੰਨੇ ਹਨ, ਜੋ ਧਰਮ ਦੀ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਸਦਾ ਹੀ ਸੰਸਾਰ ਅੰਦਰ ਰਹਿੰਦੇ ਹਨ। ਅੰਸਾ ਅਵਤਾਰ, ਅਵੇਸਾ ਅਵਤਾਰ, ਨਿੱਤ ਅਵਤਾਰ, ਨਮਿਤ ਅਵਤਾਰ, ਪੂਰਨ ਅਵਤਾਰ, ਪੂਰਨਤਮ ਅਵਤਾਰ। ਇਹ 6 ਤਰ੍ਹਾਂ ਦੇ ਅਵਤਾਰ ਮੰਨੇ ਹਨ ਪ੍ਰਮਾਤਮਾ ਦੇ। ਉਹਨਾਂ ਵਿੱਚੋਂ ਸਾਧ ਰੂਪ ਆਪਣਾ ਤਨ ਧਾਰਿਆ। ਸੰਤਨ ਪਹਿ ਆਪ ਉਦਾਹਰਨ ਆਇਓ। ਉਹ ਸੰਤਾਂ ਦੇ ਰਾਹੀਂ ਆਪ ਹੀ ਪਰਮੇਸ਼ਰ ਜੀਵਾਂ ਦੇ ਉਧਾਰ ਕਰਨ ਵਾਸਤੇ ਇਸ ਸੰਸਾਰ ਤੇ ਆਉਂਦਾ ਹੈ। ਤੇ ਮਹਾਂਪੁਰਖਾਂ ਦਾ ਸੁਭਾਅ ਕੈਸਾ ਹੁੰਦਾ ਹੈ? ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ। ਉਹਨਾਂ ਦੀ ਸਮਾਨ ਦ੍ਰਿਸ਼ਟੀ ਹੁੰਦੀ ਹੈ। ਉਹਨਾਂ ਦੀ ਨਿਗਾਹ ਵਿੱਚ ਰਾਜਾ ਵੀ ਉਹੋ ਜਿਹਾ ਹੈ ਤੇ ਕੰਗਾਲ ਵੀ ਉਹੋ ਜਿਹਾ ਹੈ। ਤੇ ਉਹਨਾਂ ਨੂੰ ਦਿਵ ਦ੍ਰਿਸ਼ਟੀ ਵੀ ਪ੍ਰਾਪਤ ਹੁੰਦੀ ਹੈ। ਜਿੱਥੇ ਦਿਵ ਦ੍ਰਿਸ਼ਟੀ ਪ੍ਰਾਪਤ ਹੋਏਗੀ, ਦਿਵ ਦ੍ਰਿਸ਼ਟ ਜਾਗੈ ਭਰਮ ਚੁਕਾਏ, ਗੁਰ ਪ੍ਰਸਾਦ ਪਰਮ ਪਦ ਪਾਏ। ਜਦੋਂ ਦਿਵ ਦ੍ਰਿਸ਼ਟੀ ਪ੍ਰਾਪਤ ਹੁੰਦੀ ਹੈ, ਉਹਨਾਂ ਨੂੰ ਸਾਰੀ ਸੋਝੀ ਹੁੰਦੀ ਹੈ। ਨਾਮ ਰਤੇ ਤਿਰ ਭਵਨ ਸੋਝੀ ਹੋਏ। ਜੋ ਮਹਾਂਪੁਰਖ ਜੀਵਾਂ ਦੇ ਕਰਮਾਂ ਨੂੰ ਵੀ ਕੱਟ ਦਿੰਦੇ ਹਨ। ਸਤਿਗੁਰੂ ਜੀ ਦਾ ਬਚਨ ਹੈ, ਸਾਧ ਕੀ ਧੂਰ ਮਿਟੇ ਅਗ ਕੋਟ, ਸਾਧ ਪ੍ਰਸਾਦ ਜਨਮ ਮਰਨ ਤੇ ਛੋਟ। ਐਸੇ ਸਾਧੂਆਂ ਦੀ ਸੰਗਤ ਕਰਨ ਦੇ ਨਾਲ ਕਰੋੜਾਂ ਹੀ ਪਾਪ ਮਿਟ ਜਾਂਦੇ ਹਨ। ਸਾਧ ਕੇ ਸੰਗ ਨਾਹੀ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਉਹਨਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਨਿਹਾਲ ਹੋ ਜਾਈਦਾ ਹੈ, ਦੁੱਖਾਂ ਤੋਂ ਰਹਿਤ ਹੋ ਜਾਈਦਾ ਹੈ। ਐਸੇ ਮਹਾਂਪੁਰਖ ਜਿਨ੍ਹਾਂ ਦੇ ਨਾਮ ਤੇ ਸਰਹਾਲੀ ਸਾਹਿਬ ਕਾਰ ਸੇਵਾ ਸੰਪਰਦਾਇ ਆਰੰਭ ਹੋਈ, ਉਹਨਾਂ ਮਹਾਂਪੁਰਖਾਂ ਨੇ ਹੀ ਆਰੰਭ ਕੀਤੀ। ਸੰਤ ਬਾਬਾ ਤਾਰਾ ਸਿੰਘ ਜੀ ਮਹਾਰਾਜ। ਤੇ ਇਸ ਕਾਰ ਸੇਵਾ ਸੰਪਰਦਾਇ ਬਹੁਤ ਵੱਡੀਆਂ ਕਾਰ ਸੇਵਾਵਾਂ ਇਹਨਾਂ ਵੱਲੋਂ ਆਰੰਭ ਹਨ। ਜਿੱਥੇ ਹਿੰਦੁਸਤਾਨ ਦੇ ਅੰਦਰ ਅਨੇਕ ਥਾਵਾਂ ਤੇ, ਮੱਧ ਪ੍ਰਦੇਸ਼ ਦੇ ਵਿੱਚ, ਹੋਰ ਵੀ ਅਨੇਕਾਂ ਜਗ੍ਹਾ ਤੇ ਕਾਰ ਸੇਵਾਵਾਂ ਚੱਲ ਰਹੀਆਂ ਹਨ। ਉੱਥੇ ਜਿੱਥੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਚਰਨ ਪਾਏ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਚਰਨ ਪਾਏ, ਢਾਕਾ, ਬੰਗਲਾਦੇਸ਼, ਉੱਥੋਂ ਦੀ ਕਾਰ ਸੇਵਾ ਵੀ ਮਹਾਂਪੁਰਖ ਨਿਭਾ ਰਹੇ ਹਨ।
ਉਹ ਸਮਾਂ ਸੀ ਜਦੋਂ ਬੰਗਲਾਦੇਸ਼ ਆਜ਼ਾਦ ਕਰਨ ਦੀ ਸਰਦਾਰ ਜਗਜੀਤ ਸਿੰਘ ਜੀ ਅਰੋੜਾ ਉਹਨਾਂ ਨੂੰ ਇਹ ਵਡਿਆਈ ਮਿਲੀ। ਉਸ ਤੋਂ ਬਾਅਦ ਫਿਰ ਉਦੋਂ ਹੀ ਤਖਤ ਸ੍ਰੀ ਹਰਿਮੰਦਰ ਜੀ ਪ੍ਰਬੰਧਕ ਕਮੇਟੀ ਨੇ ਉੱਥੋਂ ਦਾ ਸਾਰਾ ਪ੍ਰਬੰਧ ਸੰਭਾਲਿਆ। ਉਹਨਾਂ ਦੇ ਅਧੀਨ ਉਹ ਪ੍ਰਬੰਧ ਬਹੁਤ ਲੰਮਾ ਸਮਾਂ ਚੱਲਦਾ ਰਿਹਾ, ਕਿਉਂਕਿ ਜੋ ਇਸ ਸਮੇਂ ਮੌਜੂਦਾ ਉੱਥੋਂ ਦੀ ਪ੍ਰਬੰਧਕ ਕਮੇਟੀ ਹੈ ਉਸ ਦੇ ਜਨਰਲ ਸਕੱਤਰ ਸਰਦਾਰ ਬਚਨ ਸਿੰਘ ਜੀ ਸਰਲ ਉਹ ਵੀ ਆਏ ਹੋਏ ਹਨ। ਹੋਰ ਵੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਮੈਂਬਰ ਸਾਹਿਬਾਨ ਪਹੁੰਚੇ ਹੋਏ ਹਨ। ਤੇ ਜਦੋਂ ਮਹਾਂਪੁਰਖਾਂ ਦੇ ਨਾਲ ਵਿਚਾਰ ਹੋਈ ਸੰਤ ਬਾਬਾ ਹਾਕਮ ਸਿੰਘ ਜੀ ਨਾਲ, ਦਾਸ ਦਾ ਬਹੁਤ ਲੰਮੇ ਸਮੇਂ ਤੋਂ ਬੜਾ ਸਨੇਹ ਹੈ, ਪਿਆਰ ਹੈ। ਭਾਵੇਂ ਉਹ ਮਹਾਂਪੁਰਖ ਹਨ, ਦਾਸ ਨੂੰ ਦਸ਼ਮੇਸ਼ ਪਿਤਾ ਨੇ ਆਪਣੇ ਤਖਤ ਦੀ ਸੇਵਾ ਬਖਸ਼ੀ ਹੈ, ਪਰ ਅੰਦਰੋਂ ਜੋ ਸਾਡਾ ਪਿਆਰ ਹੈ ਉਹ ਇੱਕ ਭਰਾਵਾਂ ਵਾਲਾ ਇੱਕ ਰਿਸ਼ਤਾ ਹੈ। ਸੋ ਮਹਾਂਪੁਰਖਾਂ ਨੇ ਕਿਹਾ ਵੀ ਉੱਥੋਂ ਦੀ ਜੋ ਕਾਰ ਸੇਵਾ ਹੈ ਉਹ ਆਪਾਂ ਕਰਨੀ ਹੈ। ਅਸਥਾਨਾਂ ਦੀ ਸੇਵਾ ਹੋਣ ਵਾਲੀ ਹੈ। ਕਈ ਅਸਥਾਨਾਂ 'ਤੇ ਲੋਕਾਂ ਨੇ ਕਬਜ਼ਾ ਕਰ ਲਿਆ, ਕਬਜ਼ਾ ਕੀਤਾ ਹੋਇਆ ਹੈ। ਭਾਵੇਂ ਉੱਥੇ ਖਰਚਾ ਬਹੁਤ ਵੱਡਾ ਹੈ, ਕਿਉਂਕਿ ਉੱਥੇ ਸਿੱਖਾਂ ਦੀ ਆਬਾਦੀ ਬਿਲਕੁਲ ਹੀ ਨਹੀਂ। ਫਿਰ ਉੱਥੇ ਪ੍ਰਬੰਧ ਕਰਨ ਵਾਸਤੇ ਬਹੁਤ ਵੱਡੀ ਮਾਇਆ ਦੀ ਲੋੜ ਵੀ ਪਵੇਗੀ, ਸੰਗਤਾਂ ਦੀ ਲੋੜ ਵੀ ਪਵੇਗੀ, ਪ੍ਰਬੰਧ ਵੀ ਖਾਸ ਕੀਤੇ ਜਾਣਗੇ। ਉਹਦੇ ਵਾਸਤੇ ਫਿਰ ਜਦੋਂ ਦਾਸ ਦੇ ਨਾਲ ਵਿਚਾਰ ਹੋਈ ਤਾਂ ਤਖਤ ਸਾਹਿਬ ਜੀ ਵੱਲੋਂ ਪ੍ਰਬੰਧਕ ਕਮੇਟੀ ਜੋ ਹੈ ਬੰਗਲਾਦੇਸ਼ ਉਹ ਕਾਇਮ ਹੋਈ। ਉਸ ਪ੍ਰਬੰਧਕ ਕਮੇਟੀ ਦੀ ਮੁੱਖ ਸਰਪ੍ਰਸਤ ਦੀ ਸੇਵਾ ਮਹਾਂਪੁਰਖ ਕਹਿੰਦੇ ਵੀ ਤੁਸੀਂ ਇਹ ਸੇਵਾ ਸੰਭਾਲੋ, ਤੇ ਸਰਪ੍ਰਸਤ ਬਾਬਾ ਹਾਕਮ ਸਿੰਘ ਜੀ। ਇਸੇ ਤਰ੍ਹਾਂ ਫਿਰ ਬਾਕੀ ਸਾਰੇ ਅਹੁਦੇਦਾਰ। ਤੇ ਉਦੋਂ ਤੋਂ ਲੈ ਕਰਕੇ ਕਾਫੀ ਸਮਾਂ 10-12 ਸਾਲ ਤੋਂ ਵੱਧ ਸਮਾਂ ਹੋ ਗਿਆ। ਸੋ ਮਹਾਂਪੁਰਖਾਂ ਨੇ ਉੱਥੇ ਸੁੰਦਰ ਦੀਵਾਨ ਹਾਲ ਵੀ ਬਣਾ ਦਿੱਤਾ ਹੈ। ਬਹੁਤ ਸਾਰੇ ਗੁਰੂ ਘਰਾਂ ਦੀ ਸੇਵਾ ਹੋਈ ਹੈ। ਸੋ ਕਈ ਵਾਰ ਤੱਕ ਥੋੜ੍ਹੀ ਜਿਹੀ ਥਾਂ ਵਾਸਤੇ 25-25 ਲੱਖ ਰੁਪਈਆ ਦੇ ਕੇ ਉਹ ਜਗ੍ਹਾ ਖਰੀਦਣੀ ਪੈਂਦੀ ਸੀ ਕੰਧ ਸਿੱਧੀ ਕਰਨ ਵਾਸਤੇ ਕੇਵਲ। ਸੋ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਉਹ ਢਾਕਾ ਦੇ ਸਾਰੇ ਜਿੰਨੇ ਗੁਰੂ ਘਰ ਹਨ ਉਹਨਾਂ ਦੀ ਸਾਰੀ ਕਾਰ ਸੇਵਾ ਮਹਾਂਪੁਰਖ ਸੰਤ ਬਾਬਾ ਹਾਕਮ ਸਿੰਘ ਜੀ, ਸੰਤ ਬਾਬਾ ਸੁਖਦੇਵ ਸਿੰਘ ਜੀ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਚੜ੍ਹਦੀ ਕਲਾ ਦੇ ਵਿੱਚ ਨਿਭਾ ਰਹੇ ਹਨ। ਹੁਣੇ ਆਪ ਨੇ ਸਰਵਣ ਕੀਤਾ ਹੈ ਕਿ ਮਹਾਂਪੁਰਖਾਂ ਦਾ ਉਪਰਾਲਾ ਹੈ। ਬੰਗਲਾਦੇਸ਼ ਦੇ ਵਿੱਚ ਵੀ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ 550ਵਾਂ ਪ੍ਰਕਾਸ਼ ਗੁਰਪੁਰਬ ਮਨਾਇਆ ਜਾਵੇ, ਜਿੱਥੇ ਮਹਾਂਪੁਰਖਾਂ ਵੱਲੋਂ ਹਰ ਵਿਸਾਖੀ ਤੇ ਹੋਰ ਵੀ ਅੱਗੇ ਪਿੱਛੇ ਜਥੇ ਉੱਥੇ ਭੇਜੇ ਜਾਂਦੇ ਹਨ। ਸੰਗਤਾਂ ਨੂੰ ਦਰਸ਼ਨ ਕਰਾਉਣ ਦੀ ਵੀ ਮਹਾਂਪੁਰਖਾਂ ਨੇ ਬਹੁਤ ਵੱਡੀ ਇਹ ਸੇਵਾ ਸੰਭਾਲੀ ਹੋਈ ਹੈ। ਸੋ ਬਹੁਤ ਵੱਡੀਆਂ ਸੇਵਾਵਾਂ ਹਨ ਮਹਾਂਪੁਰਖਾਂ ਦੀਆਂ। ਇਹ ਸਾਰੀ ਜੋ ਬਖਸ਼ਿਸ਼ ਹੈ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ, ਜਿਨ੍ਹਾਂ ਨੇ ਮਹਾਂਪੁਰਖ ਧੰਨ ਧੰਨ ਬਾਬਾ ਤਾਰਾ ਸਿੰਘ ਜੀ, ਧੰਨ ਧੰਨ ਬਾਬਾ ਚਰਨ ਸਿੰਘ ਜੀ, ਉਹਨਾਂ ਦੀ ਡਿਊਟੀ ਲਗਾਈ। ਤੇ ਹੁਣ ਉਹਨਾਂ ਮਹਾਂਪੁਰਖਾਂ ਦਾ ਹੀ ਪ੍ਰਤੱਖ ਰੂਪ ਉਸੇ ਸਰੂਪ ਦੇ ਵਿੱਚ ਬਾਬਾ ਸੁਖਦੇਵ ਸਿੰਘ ਜੀ, ਬਾਬਾ ਹਾਕਮ ਸਿੰਘ ਜੀ ਬਹੁਤ ਚੜ੍ਹਦੀ ਕਲਾ ਦੇ ਸਹਿਤ ਸਾਰੀਆਂ ਕਾਰ ਸੇਵਾਵਾਂ ਨਿਭਾ ਰਹੇ ਹਨ। ਸੋ ਬ੍ਰਹਮ ਗਿਆਨੀ ਉਹ ਕਦੀ ਮਰਦੇ ਨਹੀਂ ਹਨ, ਉਹ ਸਦਾ ਹੀ ਸੰਸਾਰ ਅੰਦਰ ਰਹਿੰਦੇ ਹਨ। ਬ੍ਰਹਮ ਗਿਆਨੀ ਕੇ ਦ੍ਰਿਸ਼ਟ ਅੰਮ੍ਰਿਤ ਬਰਸੀ, ਉਹਨਾਂ ਦੀ ਤਾਂ ਨਿਗਾਹ ਦੇ ਵਿੱਚ ਹੀ ਅੰਮ੍ਰਿਤ ਹੈ। ਉਹਨਾਂ ਦੇ ਦਰਸ਼ਨ ਕਰਕੇ ਹੀ ਨਿਹਾਲ ਹੋ ਜਾਈਦਾ ਹੈ। ਉਹਨਾਂ ਦੀ ਬੰਦਗੀ ਹੀ ਐਸੀ ਹੈ, ਕਮਾਈ ਹੀ ਐਸੀ ਹੈ।
ਉਹ ਧੁਰੋਂ ਹੀ ਅਕਾਲ ਪੁਰਖ ਵਾਹਿਗੁਰੂ ਵੱਲੋਂ ਭੇਜੇ ਹੋਏ ਇਸ ਸੰਸਾਰ ਤੇ ਆਉਂਦੇ ਹਨ। ਸੋ ਇਸੇ ਤਰ੍ਹਾਂ ਹੀ ਜਦੋਂ ਸਮਾਂ ਆਇਆ ਸੇਵਾ ਸੰਭਾਲਣ ਦਾ, ਬਾਬਾ ਵਿਰਸਾ ਸਿੰਘ ਜੀ ਗੋਬਿੰਦ ਸਦਨ ਮਹਿਰੌਲੀ ਦਿੱਲੀ, ਉੱਥੇ ਵੀ ਮਹਾਂਪੁਰਖਾਂ ਨੇ ਜਾ ਕਰਕੇ ਬਹੁਤ ਲੰਮੇ ਸਮੇਂ ਤੋਂ ਲੈ ਕੇ ਸੇਵਾ ਸੰਭਾਲੀ ਹੋਈ ਹੈ। ਲੰਗਰ ਦੀ ਸੇਵਾ, ਹੋਰ ਕਾਰ ਸੇਵਾਵਾਂ ਸੰਤ ਬਾਬਾ ਹਾਕਮ ਸਿੰਘ ਜੀ ਦੀ ਸਰਪ੍ਰਸਤੀ ਹੈ ਤਾਂ ਉੱਥੇ ਕਾਫੀ ਸਿੰਘ ਰਹਿ ਕੇ ਸੇਵਾ ਨਿਭਾ ਰਹੇ ਹਨ। ਸੋ ਉਸ ਸਥਾਨ ਤੋਂ ਵੀ ਭਾਈ ਗੁਰਦੇਵ ਸਿੰਘ ਜੀ ਪਹੁੰਚੇ ਹੋਏ ਹਨ, ਜੋ ਬਹੁਤ ਪਿਆਰ ਵਾਲੀ ਨਿਰਮਲ ਆਤਮਾ। ਇਸੇ ਤਰ੍ਹਾਂ ਹੀ ਵਕੀਲ ਸਾਹਿਬ ਭਾਈ ਰਣਵੀਰ ਸਿੰਘ ਜੀ, ਉਹ ਵੀ ਪਹੁੰਚੇ ਹੋਏ ਹਨ। ਨਾਲ ਪ੍ਰੇਮਪਾਲ ਸਿੰਘ ਜੀ, ਆਪ ਜੀ ਨੂੰ ਗਿਆਨੀ ਭਗਵਾਨ ਸਿੰਘ ਜੀ ਜੌਹਲ, ਉਹਨਾਂ ਨੇ ਸਾਰੀ ਵਿਚਾਰ ਵਿਸਥਾਰ ਦੇ ਨਾਲ ਦੱਸੀ ਹੈ। ਸੋ ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਇਹ ਬੇਨਤੀ ਹੈ, ਸੱਦਾ ਪੱਤਰ ਵੀ ਹੈ ਜਿਵੇਂ ਆਪ ਜੀ ਨੇ ਸਰਵਣ ਕੀਤਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ 352ਵਾਂ ਅਵਤਾਰ ਧਾਰਨ ਪ੍ਰਕਾਸ਼ ਗੁਰਪੁਰਬ ਪੋਹ ਸੁਦੀ 7ਵੀਂ, ਜੋ 11, 12, 13 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ। ਤੇ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਬਿਹਾਰ ਸਰਕਾਰ ਵੱਲੋਂ ਸੀਐਮ ਨਤੀਸ਼ ਕੁਮਾਰ ਜੀ ਵੱਲੋਂ ਟੈਂਟ ਸਿਟੀ ਉਸੇ ਤਰ੍ਹਾਂ ਹੀ ਸੰਗਤਾਂ ਦੇ ਰਹਿਣ ਵਾਸਤੇ, ਠਹਿਰਨ ਵਾਸਤੇ ਬਹੁਤ ਵਧੀਆ ਪ੍ਰਬੰਧ ਕੀਤੇ ਜਾ ਰਹੇ ਹਨ। ਉਸੇ ਤਰ੍ਹਾਂ ਹੀ ਲੰਗਰਾਂ ਦੇ ਵੀ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਜਾ ਰਹੇ ਹਨ। ਸੋ ਸੰਗਤਾਂ ਨੇ ਵੱਧ ਤੋਂ ਵੱਧ 11, 12, 13 ਜਨਵਰੀ ਨੂੰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਹਾਜ਼ਰੀਆਂ ਭਰ ਕੇ ਸਤਿਗੁਰੂ ਮਹਾਰਾਜ ਜੀ ਦੀਆਂ ਅਸੀਸਾਂ ਖੁਸ਼ੀਆਂ ਪ੍ਰਾਪਤ ਕਰਨੀਆਂ। ਸੋ ਹਾਰਦਿਕ ਤੌਰ ਤੇ ਮਹਾਂਪੁਰਖ ਸੰਤ ਬਾਬਾ ਹਾਕਮ ਸਿੰਘ ਜੀ, ਸੰਤ ਬਾਬਾ ਸੁਖਦੇਵ ਸਿੰਘ ਜੀ, ਸਾਰਿਆਂ ਦਾ, ਆਪ ਸਾਰੀਆਂ ਸੰਗਤਾਂ ਦਾ ਧੰਨਵਾਦ। ਮਹਾਂਪੁਰਖਾਂ ਦੇ ਪਿਆਰ ਦਾ ਸਦਕਾ ਹਰ ਸਾਲ ਇਸ ਪਾਵਨ ਸਥਾਨ ਤੇ ਆ ਕੇ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੁੰਦਾ। ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵਿਦਾਂਤੀ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਉਹ ਵੀ ਸਟੇਜ ਤੇ ਬਿਰਾਜਮਾਨ ਹਨ, ਕਿਉਂਕਿ ਬਹੁਤਾ ਸਮਾਂ ਨਹੀਂ ਹੈ। ਸੋ ਸਾਰਿਆਂ ਨੇ ਥੋੜਾ ਥੋੜਾ ਸਮਾਂ ਹਾਜ਼ਰੀ ਭਰਨੀ ਹੈ। ਇਤਨੇ ਸ਼ਬਦ ਪ੍ਰਵਾਨ ਕਰ ਲਏ ਨੇ। ਭੁੱਲਾਂ ਗਲਤੀਆਂ ਦੀ ਖਿਮਾ। ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जो बोले